ਇੰਦਰਜੀਤ ਸਿੰਘ ਤੋਂ ਸੁਪਰ ਖਾਲਸਾ ਦਾ ਸਫ਼ਰ ਕੀਤਾ। ਇਹ ਦੇਖੋ ਮੈਂ ਇੱਕ ਦਿਨ ਰੈਸਲਿੰਗ ਦੀ ਟ੍ਰੇਨਿੰਗ ਕਰ ਰਿਹਾ ਸੀਗਾ ਤੇ ਮੇਰੀ ਫਾਈਟ ਚੱਲ ਰਹੀ ਸੀਗੀ ਤੇ ਗ੍ਰੇਟ ਖਲੀ ਜੀ ਬੈਠ ਕੇ ਮੇਰੀ ਫਾਈਟ ਦੇਖ ਰਹੇ ਸੀ। ਜਦੋਂ ਮੈਂ ਫਾਈਟ ਕਰਕੇ ਬਾਹਰ ਆਇਆ ਵਾਪਸ ਆਇਆ ਤੇ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਵੀ ਯਾਰ ਤੇਰੇ ਨਾਂ ਦੇ ਉੱਤੇ ਤੇਰੇ ਇੱਕ ਜਿਹੜੀ ਤੇਰੀ ਲੁੱਕ ਆ ਉਹ ਲੁੱਕ ਦੇ ਉੱਤੇ ਇੱਕ ਨਾਮ ਬਹੁਤ ਜ਼ਿਆਦਾ ਮੈਚ ਕਰ ਰਿਹਾ, ਬਹੁਤ ਸੂਟ ਕਰ ਰਿਹਾ। ਸੋ ਉਹਨਾਂ ਨੇ ਮੈਨੂੰ ਇਹ ਨਾਮ ਸੁਜੈਸਟ ਕੀਤਾ ਸੀ ਸੁਪਰ ਖਾਲਸਾ। ਇਹ ਦੇਖੋ ਇਹ 24 ਘੰਟੇ ਦੇ ਵਿੱਚ ਆਪਾਂ ਕਹੀਏ ਜੇ ਆਪਾਂ ਇੰਨਾ ਟਾਈਮ ਦਿੰਦੇ ਉਹਨਾਂ ਟਾਈਮ ਦਿੰਦੇ, ਇਹ ਚੀਜ਼ ਗਲਤ ਹੋਈ ਕਿਉਂਕਿ ਇਹ 24 ਆਵਰ ਦੀ ਗੇਮ ਹੈਗੀ ਆ। 24 ਘੰਟੇ ਸਾਨੂੰ ਇਸੇ ਜ਼ੋਨ 'ਚ ਰਹਿਣਾ ਪੈਂਦਾ, ਇਸੇ ਮਾਈਂਡ ਸੈਟ 'ਚ ਰਹਿਣਾ ਪੈਂਦਾ ਵਾ। ਆਪਾਂ ਡਾਈਟ ਮੈਂ ਵੈਜੀਟੇਰੀਅਨ ਤੇ ਨੈਚੁਰਲ ਡਾਈਟ ਹੀ ਜ਼ਿਆਦਾਤਰ ਯੂਜ਼ ਕਰਦਾ ਵਾਂ ਕਿਉਂਕਿ ਆਪਣੀ ਫਿਜ਼ੀਕ ਹੁੰਦੀ ਹੈ ਗੇਮ ਦੇ ਹਿਸਾਬ ਨਾਲ। ਸੋ ਇਸ ਕਰਕੇ ਮੈਨੂੰ ਕੋਈ ਡਾਈਟ ਵੱਲ ਵੀ ਜ਼ਿਆਦਾ ਨਹੀਂ ਕਰਨਾ ਪੈਂਦਾ ਵੀ ਮੈਂ ਬਹੁਤ ਹਾਈ ਲੈਵਲ ਪ੍ਰੋਟੀਨ ਲੈਣਾ ਵਾ ਜੇ ਮੇਰੀ ਬੋਡੀ ਨੂੰ ਇੰਨਾ ਪ੍ਰੋਟੀਨ ਚਾਹੀਦਾ ਵਾ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਕਹੋ ਵੀ ਮਿਲਾ ਕੇ ਹੁਣ ਪੂਰੀ ਇੱਕ ਤਿਆਰੀ ਹੈ। ਬਸ ਹੁਣ ਉਸ ਦਿਨ ਦੀ ਵੇਟ ਹੈ ਜਿਸ ਦਿਨ WWE ਦੀ ਰਿੰਗ ਦੇ ਵਿੱਚ ਸੁਪਰ ਖਾਲਸਾ ਤੇ ਰੋਮਨ ਸਾਹਮਣੇ ਹੋਣਗੇ। ਪੰਜਾਬੀ ਰੈਸਲਿੰਗ ਹੁੰਦਾ ਆਪਾਂ ਰਿੰਗ 'ਚ ਲੜ ਲਈਏ, ਬਾਹਰ ਲੜਾਂਗੇ ਤੇ ਕੇਸ ਪੈ ਗਏ ਹੈ। ਹਾਂਜੀ ਬਸ ਇਦਾਂ ਹੀ ਆ। ਦੇਖੋ ਹੁਣ ਜਿਹੜਾ ਲੜਾਈ ਦਾ ਸ਼ੌਂਕ ਹੈਗਾ ਆਪਾਂ ਰਿੰਗ 'ਚ ਪੂਰਾ ਕਰ ਲਈਦਾ ਵਾ। ਜੇ ਬਾਹਰ ਲੜਦੇ ਫਿਰਾਂਗੇ ਤੇ ਫਿਰ ਤੁਹਾਨੂੰ ਪਤਾ ਹੀ ਆ ਛੋਟੀ ਗੱਲ ਤੇ ਕੇਸ ਪੈ ਜਾਂਦਾ ਅੱਜ ਦੇ ਟਾਈਮ ਦੇ ਵਿੱਚ। ਤਾਂ ਕਿਸੇ ਨੂੰ ਕੁਝ ਕਹਿ ਵੀ ਦਿਓ ਤੇ ਉਹ ਥਾਣੇ ਜਾ ਕੇ ਕੰਪਲੇਂਟ ਕਰ ਦਿੰਦਾ। ਸੋ ਇਹਨਾਂ ਚੰਗਾ ਵਾ ਆਪਣੇ ਜਿਹੜੇ ਸ਼ੌਂਕ ਹੈਗੇ ਆ, ਜੇ ਤੁਹਾਨੂੰ ਲੜਨ ਦਾ ਸ਼ੌਂਕ ਹੈਗਾ ਉਹਨੂੰ ਰਿੰਗ 'ਚ ਪੂਰਾ ਕਰੋ, ਪਲੱਸ ਇਹਨੂੰ ਆਪਣਾ ਕਰੀਅਰ ਬਣਾਓ ਤੇ ਤੁਸੀਂ ਇਹਦੇ 'ਚ ਆਪਣੀ ਲਾਈਫ 'ਚ ਬਹੁਤ ਵੱਡੇ ਲੈਵਲ ਤੱਕ ਪਹੁੰਚ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਪੰਜਾਬ ਟੂਡੇ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਜਤਿਨ ਮਰਵਾਹਾ। ਅੱਜ ਤੁਹਾਨੂੰ ਉਸ ਸ਼ਖਸੀਅਤ ਦਾ ਮਿਲਾਨ ਜਾ ਰਹੇ ਹਾਂ ਜਿਹਦਾ ਇੱਕ ਡ੍ਰੀਮ ਹੈ। ਡ੍ਰੀਮ ਕੀ ਹੈ ਉਹ ਆਪਣੇ ਮੂੰਹ ਜ਼ੁਬਾਨੀ ਦੱਸੇਗਾ ਤੇ ਆਉਣ ਵਾਲੇ ਸਮੇਂ 'ਚ ਕੀ ਹਾਸਲ ਕਰਨਾ ਚਾਹੁੰਦਾ ਹੈ। ਪਹਿਲੇ ਤਾਂ ਬਹੁਤ ਸਵਾਗਤ ਹੈ ਸਰ ਤੁਹਾਡਾ ਪੰਜਾਬ ਟੂਡੇ ਨਾਲ। ਥੈਂਕ ਯੂ ਵੈਰੀ ਮਚ ਜੀ। ਪੰਜਾਬ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਜੇ ਕਿਸੇ ਵੀ ਮੇਰੇ ਵੀਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਵੇ ਫਿਟਨੈਸ ਨੂੰ ਲੈ ਕੇ, ਰੈਸਲਿੰਗ ਨੂੰ ਲੈ ਕੇ, WWE ਨੂੰ ਲੈ ਕੇ, ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ ਜਾਂ ਮੇਰੇ ਸੋਸ਼ਲ ਮੀਡੀਆ ਹੈਂਡਲ ਮੇਰੇ ਇੰਸਟਾਗ੍ਰਾਮ ਮੇਰੇ ਫੇਸਬੁੱਕ ਤੇ ਮੈਨੂੰ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ। ਕਿਉਂਕਿ ਦੇਖੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦਾ ਵੀ ਕੋਈ ਵੀ ਤਰ੍ਹਾਂ ਦਾ ਸਵਾਲ ਹੋਵੇ ਉਹਨੂੰ ਗਲਤ ਗਾਈਡੈਂਸ ਨਾ ਮਿਲੇ। ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵਾਂ ਵੀ ਤੁਹਾਨੂੰ ਬਿਲਕੁਲ ਸਹੀ ਤਰੀਕੇ ਨਾਲ ਗਾਈਡੈਂਸ ਦਿੱਤੀ ਜਾਵੇ। ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਸਵਾਲ ਹੋਵੇ ਤੁਸੀਂ ਮੈਨੂੰ ਕਦੀ ਵੀ ਮੇਰੇ ਸੋਸ਼ਲ ਮੀਡੀਆ 'ਤੇ ਕੰਟੈਕਟ ਕਰ ਸਕਦੇ ਹੋ ਜਾਂ ਇਸ ਵੀਡੀਓ ਥੱਲੇ ਕਮੈਂਟ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਣ ਦੀ। ਫਿਲਹਾਲ ਅੱਜ ਭਾਜੀ ਹੁਣਾਂ ਦੇ ਕੁਐਸਚਨਾਂ ਦਾ ਮੈਂ ਜਵਾਬ ਦਿਆਂਗਾ। ਇੰਦਰਜੀਤ ਸਿੰਘ ਖਾਲਸਾ ਸੁਪਰ ਖਾਲਸਾ ਕਿੱਦਾਂ ਸਫ਼ਰ ਰਿਹਾ, ਕਿੱਦਾਂ ਤੈਅ ਹੋਇਆ? ਬਾਜੀ ਪਹਿਲੇ ਤਾਂ ਬਹੁਤ ਇੰਦਰਜੀਤ ਸਿੰਘ ਤੋਂ ਸੁਪਰ ਖਾਲਸਾ ਦਾ ਸਫ਼ਰ ਕੀਤਾ। ਇਹ ਦੇਖੋ ਮੈਂ ਇੱਕ ਦਿਨ ਰੈਸਲਿੰਗ ਦੀ ਟ੍ਰੇਨਿੰਗ ਕਰ ਰਿਹਾ ਸੀਗਾ ਤੇ ਮੇਰੀ ਫਾਈਟ ਚੱਲ ਰਹੀ ਸੀਗੀ ਤੇ ਗ੍ਰੇਟ ਖਲੀ ਜੀ ਬੈਠ ਕੇ ਮੇਰੀ ਫਾਈਟ ਦੇਖ ਰਹੇ ਸੀ। ਜਦੋਂ ਮੈਂ ਫਾਈਟ ਕਰਕੇ ਬਾਹਰ ਆਇਆ ਵਾਪਸ ਆਇਆ ਤੇ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਵੀ ਯਾਰ ਤੇਰੇ ਨਾਂ ਦੇ ਉੱਤੇ ਤੇਰੇ ਇੱਕ ਜਿਹੜੀ ਤੇਰੀ ਲੁੱਕ ਆ ਉਹ ਲੁੱਕ ਦੇ ਉੱਤੇ ਇੱਕ ਨਾਮ ਬਹੁਤ ਜ਼ਿਆਦਾ ਮੈਚ ਕਰ ਰਿਹਾ, ਬਹੁਤ ਸੂਟ ਕਰ ਰਿਹਾ। ਸੋ ਉਹਨਾਂ ਨੇ ਮੈਨੂੰ ਇਹ ਨਾਮ ਸੁਜੈਸਟ ਕੀਤਾ ਸੀ ਸੁਪਰ ਖਾਲਸਾ। ਸੋ ਉਦੋਂ ਤੋਂ ਹੀ ਉਹਨਾਂ ਨੇ ਮੈਨੂੰ ਇਸ ਨਾਂ ਤੋਂ ਬੁਲਾਉਣਾ ਸ਼ੁਰੂ ਕਰ ਦਿੱਤਾ। ਇਹ ਮੇਰਾ ਇੱਕ ਰਿੰਗ ਨੇਮ ਹੈ ਤੇ ਉਹਨਾਂ ਨੂੰ ਦੇਖਦੇ ਹੋਏ ਹੋਰ ਵੀ ਜਿੰਨੇ ਇੰਟਰਨੈਸ਼ਨਲ ਰੈਸਲਰ ਸੀਗੇ ਉਹਨਾਂ ਨੇ ਵੀ ਮੈਨੂੰ ਇਸੇ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਸੋ ਉਦੋਂ ਤੋਂ ਹੀ ਇਹ ਨਾਂ ਮੇਰੇ ਨਾਂ ਦੇ ਨਾਲ ਜੁੜ ਗਿਆ। ਹੁਣ ਮੈਨੂੰ ਲੋਕ ਸੁਪਰ ਖਾਲਸਾ ਨਾਂ ਤੋਂ ਜਾਣਦੇ ਆ। ਬਾਜੀ ਰਿੰਗ ਨੇਮ ਤੋਂ ਇਲਾਵਾ ਗੱਲ ਕਰੀਏ, ਰੈਸਲਿੰਗ ਸਫ਼ਰ ਕਿੱਦਾਂ ਸ਼ੁਰੂ ਹੋਇਆ ਜਾਂ ਸ਼ੌਂਕ ਸੀ ਜਾਂ ਪਹਿਲੇ ਕੀ ਸ਼ੁਰੂ ਤੋਂ ਰੈਸਲਿੰਗ ਕਰਦੇ ਸੀ ਕਿ ਪਹਿਲੇ ਹੋਰ ਕੁਝ ਕਰਦੇ ਸੀ? ਇਹ ਤੋਂ ਪਹਿਲਾਂ ਮੈਂ ਪਾਵਰ ਲਿਫਟਿੰਗ ਗੇਮ ਕਰਦਾ ਸੀ ਕਿਉਂਕਿ ਦੇਖੋ ਮੇਰਾ ਮੇਨ ਜਿਹੜਾ ਚਾਈਲਡਹੁੱਡ ਡਰੀਮ ਹੈ ਉਹ ਤਾਂ ਰੈਸਲਿੰਗ ਹੀ ਸੀਗਾ। ਪਰ ਉਦੋਂ ਕੋਈ ਨਾ ਸਕੋਪ ਨਹੀਂ ਸੀ ਤੇ ਇਸ ਕਰਕੇ ਮੈਨੂੰ ਉਦੋਂ ਗੇਮ ਕੋਈ ਹੋਰ ਕਰਨੀ ਪਈ। ਸੋ ਮੈਨੂੰ ਕੋਈ ਗੇਮ ਮਿਲ ਨਹੀਂ ਰਹੀ ਸੀਗੀ ਵੀ ਕਿਹੜੀ ਗੇਮ ਕਰਾਂ। ਬਹੁਤ ਗੇਮ ਬਾਰੇ ਮੈਂ ਸੋਚ ਰਿਹਾ ਸੀਗਾ। ਫਿਰ ਮੈਂ ਇੱਕ ਦਿਨ ਅਖਬਾਰ ਦੇ ਵਿੱਚ ਪੜ੍ਹਿਆ ਵੀ ਖਾਲਸਾ ਕਾਲਜ ਦੇ ਵਿੱਚ ਟਰਾਈ ਆਊਟਸ ਹੋ ਰਹੇ ਸੀਗੇ, ਇੱਕ ਟਰਾਇਲਸ ਚੱਲ ਰਹੇ ਸੀ। ਸੋ ਮੈਂ ਉੱਥੇ ਗਿਆ ਤੇ ਉੱਥੇ ਪਾਵਰ ਲਿਫਟਿੰਗ ਦੇ ਟਰਾਇਲ ਚੱਲ ਰਹੇ ਸੀਗੇ। ਉੱਥੇ ਮੈਂ ਅਜ਼ਮਾ ਕੇ ਦੇਖਿਆ ਉਹ ਚੀਜ਼ ਨੂੰ ਤੇ ਮੇਰੀ ਲਿਫਟ ਕਾਫੀ ਵਧੀਆ ਲੱਗੀਆਂ ਉਹਨਾਂ ਨੂੰ ਜਿਹੜੇ ਕੋਚਿਸ ਸੀਗੇ। ਸੋ ਉਦੋਂ ਤੋਂ ਹੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇਹ ਗੇਮ ਇੱਥੇ ਸਟਾਰਟ ਕਰ ਤੇ ਇੱਥੇ ਵਧੀਆ ਫਿਊਚਰ ਬਣੇਗਾ। ਸੋ ਉਹਨਾਂ ਦੇ ਕਹਿਣ ਦੇ ਉੱਤੇ ਪਾਵਰ ਲਿਫਟਿੰਗ ਮੈਂ ਗੇਮ ਕੀਤੀ ਤੇ ਪੰਜਾਬ 'ਚ ਮੈਂ ਗੋਲਡ ਮੈਡਲਿਸਟ ਰਿਹਾ ਹੋਇਆ ਵਾਂ, ਇੰਡੀਆ ਸਟਰੋਂਗੈਸਟ ਮੈਨ ਟਾਈਟਲ ਹੋਲਡਰ ਹਾਂ, ਸਟਰੋਂਗਮੈਨ ਗੇਮਸ ਵੀ ਕਰਦਾ ਰਿਹਾ ਵਾਂ ਤੇ ਨੈਸ਼ਨਲ ਲੈਵਲ ਦਾ ਪਲੇਅਰ ਆ ਪਾਵਰ ਲਿਫਟਿੰਗ ਦਾ। ਸੋ ਉਸ ਤੋਂ ਬਾਅਦ ਫਿਰ ਜਿੱਦਾਂ ਹੀ ਰੈਸਲਿੰਗ ਦੀ ਅਕੈਡਮੀ ਇੱਥੇ ਖੁੱਲ੍ਹੀ ਫਿਰ ਮੈਂ ਆਪਣੇ ਆਪ ਨੂੰ ਰੈਸਲਿੰਗ ਵੱਲ ਚੇਂਜ ਕਰ ਲਿਆ। ਗੱਲ ਕਰੀਏ ਮੇਨਟੇਨੈਂਸ ਦੀ, ਸਰੀਰ ਨੂੰ ਕਿੱਦਾਂ ਮੇਨਟੇਨ ਰੱਖਦੇ ਹੋ, ਡਾਈਟ ਕਿੱਦਾਂ ਮੇਨਟੇਨ ਰੱਖਦੇ ਹੋ, 24 ਘੰਟੇ ਦੇ ਵਿੱਚ ਕਿੰਨਾ ਸਮਾਂ ਦਿੰਦੇ ਹੋ ਆਪਣੇ ਸਰੀਰ ਨੂੰ ਤੇ ਫੈਮਿਲੀ ਸਪੋਰਟ ਕਿੱਦਾਂ? ਇਹ ਦੇਖੋ ਇਹ 24 ਘੰਟੇ ਦੇ ਵਿੱਚ ਆਪਾਂ ਕਹੀਏ ਜੇ ਆਪਾਂ ਇੰਨਾ ਟਾਈਮ ਦਿੰਦੇ ਉਹਨਾਂ ਟਾਈਮ ਦਿੰਦੇ, ਇਹ ਚੀਜ਼ ਗਲਤ ਹੋਈ ਕਿਉਂਕਿ ਇਹ 24 ਆਵਰ ਦੀ ਗੇਮ ਹੈਗੀ ਆ। 24 ਘੰਟੇ ਸਾਨੂੰ ਇਸੇ ਜ਼ੋਨ 'ਚ ਰਹਿਣਾ ਪੈਂਦਾ, ਇਸੇ ਮਾਈਂਡ ਸੈਟ 'ਚ ਰਹਿਣਾ ਪੈਂਦਾ ਵਾ। ਸੋ ਮੇਰਾ 24 ਘੰਟੇ ਇਹੀ ਮਾਈਂਡ ਸੈਟ ਰਹਿੰਦਾ। ਮੇਰਾ ਨਾ ਕੋਈ ਹੋਬੀਜ਼ ਆ ਜ਼ਿਆਦਾ, ਨਾ ਹੀ ਮੇਰੇ ਸ਼ੌਂਕ ਆ, ਨਾ ਹੀ ਮੇਰਾ ਕੋਈ ਫਰੈਂਡ ਸਰਕਲ ਆ। ਈਵਨ ਕਿ ਜਦੋਂ ਮੇਰਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਕਰਦਾ ਮੈਂ ਆਪਣੇ ਇੰਸਟਾਗ੍ਰਾਮ 'ਤੇ ਆਪਣੇ YouTube 'ਤੇ ਓਵਰ 1.1 ਮਿਲੀਅਨ ਮੇਰੇ ਫੋਲੋਵਰ ਆ YouTube 'ਤੇ, ਉੱਥੇ ਆ ਕੇ ਮੈਂ ਲਾਈਵ ਹੋ ਜਾਂਦਾ ਵਾਂ। ਸੋ ਫਰੈਂਡ ਸਰਕਲ ਮੇਰਾ ਹੈ ਨਹੀਂ ਗਾ ਕਿਉਂਕਿ ਮੈਂ ਇਹ ਚੀਜ਼ਾਂ ਤੋਂ ਹਮੇਸ਼ਾ ਦੂਰ ਰਿਹਾ ਹੋਇਆ ਵਾਂ। ਤੇ ਬਾਕੀ ਜੇ ਗੱਲ ਕਰੀਏ ਆਪਾਂ ਡਾਈਟ ਮੈਂ ਵੈਜੀਟੇਰੀਅਨ ਤੇ ਨੈਚੁਰਲ ਡਾਈਟ ਹੀ ਜ਼ਿਆਦਾਤਰ ਯੂਜ਼ ਕਰਦਾ ਵਾਂ ਕਿਉਂਕਿ ਆਪਣੀ ਫਿਜ਼ੀਕ ਹੁੰਦੀ ਹੈ ਗੇਮ ਦੇ ਹਿਸਾਬ ਨਾਲ।
ਬੋਡੀ ਬਿਲਡਰਾਂ ਨੂੰ ਜ਼ਿਆਦਾ ਪ੍ਰੋਟੀਨ ਦੀ ਲੋੜ ਹੁੰਦੀ ਹੈ। ਸੋ ਜਿਹੜੀ ਮੇਰੀ ਗੇਮ ਹੈ ਇਹਦੇ 'ਚ ਮਸਲਸ ਨੂੰ ਬਹੁਤ ਜ਼ਿਆਦਾ ਹਾਰਡ ਕਰਨ ਦੀ ਲੋੜ ਨਹੀਂ ਪੈਂਦੀ। ਇੱਕ ਐਗਜ਼ਾਮਪਲ ਦਿੰਦਾ, ਹੁਣ ਮੰਨ ਲਓ ਜਦੋਂ ਮੈਂ ਆਪਣੀ ਬੋਡੀ ਹਾਰਡ ਕਰ ਲਈ ਨਾ, ਸੋ ਇਹ ਮਸਲ ਤੇ ਜਦੋਂ ਸੱਟ ਵੱਜੇਗੀ ਇਹ 'ਤੇ ਦਰਦ ਜ਼ਿਆਦਾ ਹੋਏਗੀ। ਜਦੋਂ ਤੁਸੀਂ ਉੱਪਰੋਂ 10-10 ਫੁੱਟ ਤੋਂ ਡਿੱਗੀ ਦਾ ਵਾ, ਆਪਾਂ ਆਪਣੀ ਬੋਡੀ ਨੂੰ ਲੂਜ਼ ਛੱਡ ਦਈਦਾ। ਜਦੋਂ ਆਪਾਂ ਆਪਣੇ ਮਸਲ ਲੂਜ਼ ਛੱਡ ਦਈਦੇ ਨਾ, ਸਾਡੀ ਬੋਡੀ ਲੂਜ਼ ਹੋ ਜਾਂਦੀ ਹੈ, ਸੋ ਇਹ 'ਤੇ ਸੱਟ ਵੀ ਘੱਟ ਲੱਗਦੀ ਹੈ। ਸੋ ਇਸ ਕਰਕੇ ਮੈਨੂੰ ਕੋਈ ਡਾਈਟ ਵੱਲ ਵੀ ਜ਼ਿਆਦਾ ਨਹੀਂ ਕਰਨਾ ਪੈਂਦਾ ਵੀ ਮੈਂ ਬਹੁਤ ਹਾਈ ਲੈਵਲ ਪ੍ਰੋਟੀਨ ਲੈਣਾ ਵਾ, ਜੇ ਮੇਰੀ ਬੋਡੀ ਨੂੰ ਇੰਨਾ ਪ੍ਰੋਟੀਨ ਚਾਹੀਦਾ ਵਾ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਕਹੋ ਵੀ ਮਿਲਾ ਕੇ ਹੁਣ ਪੂਰੀ ਇੱਕ ਤਿਆਰੀ ਹੈ। ਬਸ ਹੁਣ ਉਸ ਦਿਨ ਦੀ ਵੇਟ ਹੈ ਜਿਸ ਦਿਨ WWE ਦੀ ਰਿੰਗ ਦੇ ਵਿੱਚ ਸੁਪਰ ਖਾਲਸਾ ਤੇ ਰੋਮਨ ਸਾਹਮਣੇ ਹੋਣਗੇ। ਖਾਲਸਾ ਜੀ, ਜਦੋਂ ਰੈਸਲਿੰਗ ਦੇ ਵਿੱਚ ਵੇਖਿਆ ਅਕਸਰ ਦੇਖਿਆ ਜਾਂਦਾ ਕਾਫੀ ਇੰਜਰੀ ਹੁੰਦੀ ਹੈ ਜਦੋਂ ਰੈਸਲਿੰਗ ਹੁੰਦੀ ਹੈ। ਪਰਿਵਾਰਿਕ ਸਪੋਰਟ ਕਿੱਦਾਂ, ਕਿਉਂਕਿ ਮਾਂ ਬਾਪ ਤਾਂ ਕਹਿੰਦੇ ਆ ਕਈ ਵਾਰੀ ਕਿ ਇੱਥੇ ਇੰਜਰੀ ਹੁੰਦੀ ਹੈ, ਤੇਰੇ ਸੱਟਾਂ ਲੱਗਦੀ, ਤੂੰ ਇਸ ਗੇਮ ਨਾ ਪਾ, ਹੋਰ ਕੋਈ ਪੈਸ਼ਨ ਦੇਣ ਦੀ ਕੋਸ਼ਿਸ਼ ਕਰਦੇ ਮਾਂ ਬਾਪ, ਪਰ ਤੁਹਾਡੀ ਫੈਮਿਲੀ ਤੁਹਾਡੇ ਨਾਲ ਕਿੱਦਾਂ? ਇਹ ਦੇਖੋ, ਇਹ ਮੇਰਾ ਇਕੱਲੇ ਦਾ ਡਰੀਮ ਨੀਗਾ, ਮੇਰੇ ਫਾਦਰ ਸਾਹਿਬ ਦਾ ਵੀ ਇਹੀ ਡਰੀਮ ਹੈ। ਰੈਸਲਿੰਗ ਉਹ ਦੇਖਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੈਗੇ ਆ। ਮੇਰੇ ਵੱਡੇ ਬ੍ਰਦਰ ਨੂੰ ਬਹੁਤ ਇੰਟਰਸਟ ਹੈ। ਸੋ ਉਹਨਾਂ ਤੋਂ ਹੀ ਦੇਖ ਕੇ ਮੈਨੂੰ ਇਹ ਗੇਮ ਦਾ ਇੰਟਰਸਟ ਪਿਆ ਸੀਗਾ। ਉਹਨਾਂ ਨੂੰ ਦੇਖਣ ਦਾ ਇੰਟਰਸਟ ਸੀਗਾ, ਮੈਨੂੰ ਕਰਨ ਦਾ ਇੰਟਰਸਟ ਪੈ ਗਿਆ। ਸੋ ਉਦੋਂ ਤੋਂ ਹੀ ਮੈਂ ਰੈਸਲਿੰਗ 'ਚ ਜਾਣਾ ਚਾਹੁੰਦਾ ਸੀ। ਫਿਰ ਜਦੋਂ ਮੇਰੀ ਟ੍ਰੇਨਿੰਗ ਹੋਈ, ਇਹਦੀ ਮੈਂ ਦੇਖੋ ਪ੍ਰੋਪਰ ਟ੍ਰੇਨਿੰਗ ਲਈ ਹੋਈ ਹੈ। ਸੋ ਇਹਦੇ 'ਚ ਇੱਕ ਆਮ ਬੰਦਾ, ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ। ਹੁਣ ਮੰਨ ਲਓ ਇਹ ਥੱਲੇ ਫਰਸ਼ ਆ, ਤੁਸੀਂ ਇਹਦੇ ਕੋਈ ਵੀ ਆਮ ਬੰਦਾ ਡਿੱਗੇਗਾ ਨਾ, ਅਤੇ ਉਹਦੇ ਜਿੰਨੀ ਸੱਟ ਲੱਗੇਗੀ ਨਾ, ਜੇ ਮੈਂ ਇਸੇ ਫਰਸ਼ 'ਤੇ ਡਿੱਗਦਾ ਵਾਂ, ਮੇਰੇ ਸੱਟ ਤੋਂ 70% ਘੱਟ ਸੱਟ ਲੱਗੇਗੀ। ਉਹਦਾ ਰੀਜ਼ਨ ਕੀ ਹੈ? ਅਸੀਂ ਆਪਣੀ ਬੋਡੀ ਨੂੰ ਟ੍ਰੇਨ ਹੀ ਇਸ ਹਿਸਾਬ ਨਾਲ ਕੀਤਾ ਹੁੰਦਾ ਵਾ। ਇਹਦੇ 'ਚ ਜਦੋਂ ਇੱਕ ਆਮ ਬੰਦਾ ਡਿੱਗਦਾ ਨਾ, ਸਾਡੀ ਬੋਡੀ ਦੀ ਇੱਕ ਨੈਚੁਰਲ ਹੈਬਿਟ ਹੁੰਦੀ ਆ, ਆਪਾਂ ਥੱਲੇ ਡਿੱਗਣ 'ਤੇ ਆਪਾਂ ਨੈਕ ਨੂੰ ਸਨੈਪ ਕਰੀਦਾ, ਪਿੱਛੇ ਨੂੰ ਮਾਰੀਦਾ ਵਾ। ਉਹਦੇ ਨਾਲ ਕੀ ਸਾਡੇ ਸਿਰ ਦੇ ਪਿੱਛੇ ਸੱਟ ਲੱਗਦੀ ਹੈ, ਸਭ ਤੋਂ ਜ਼ਿਆਦਾ ਇੰਜਰੀ ਉਸ ਜਗ੍ਹਾ 'ਤੇ ਆਉਂਦੀ ਹੈ। ਫਿਰ ਜਦੋਂ ਅਸੀਂ ਟ੍ਰੇਨਿੰਗ ਜਿਹੜੀ ਸਾਨੂੰ 3 ਸਾਲ ਦੀ ਕਰਾਈ ਗਈ, ਸਾਨੂੰ ਇਹੀ ਸਿਖਾਇਆ ਗਿਆ ਵੀ ਤੁਸੀਂ ਇਹ ਚੀਜ਼ਾਂ ਤੋਂ ਕਿੱਦਾਂ ਬਚਣਾ, ਸੱਟਾਂ ਤੋਂ ਕਿੱਦਾਂ ਬਚਣਾ। ਜਦੋਂ ਅਸੀਂ ਡਿੱਗੀ ਦਾ ਵਾ, ਅਸੀਂ ਉਹਨੂੰ ਕਹਿੰਦੇ ਟੱਕ ਦਾ ਚਿੰਨ, ਆਪਣੀ ਚਿੰਨ ਨੂੰ ਟੱਕ ਕਰ ਲਈਦਾ, ਆਪਾਂ ਸਿਰ ਪਿੱਛੇ ਸਨੈਪ ਨਹੀਂ ਕਰੀਦਾ। ਸੋ 3 ਸਾਲ ਅਸੀਂ ਲਗਾਤਾਰ ਬੰਪਸ ਲਈਦੇ ਆ ਰਿੰਗ ਦੇ ਵਿੱਚ। ਉਹਦੇ ਨਾਲ ਸਾਡੀ ਬੋਡੀ ਨੂੰ ਆਦਤ ਪੈ ਜਾਂਦੀ, ਜਦੋਂ ਵੀ ਅਸੀਂ ਡਿੱਗੀ ਦਾ ਵਾ, ਅਸੀਂ ਆਪਣੇ ਮੇਨ ਪਾਰਟ 'ਚ ਸੱਟ ਲੱਗਦੀ ਉਹਨੂੰ ਅਸੀਂ ਬਚਾ ਲਈਦਾ ਵਾ। ਸੋ ਇਸੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਕੋਈ ਸੱਟ ਇੰਜਰੀਜ਼ ਮੇਰੇ ਜ਼ਿਆਦਾ ਆਉਂਦੀਆਂ, ਪਰ ਇੰਜਰੀਜ਼ ਬਹੁਤ ਆਈਆਂ ਵਾ। ਪਰ ਇਹੀ ਗੇਮ ਦਾ ਮਜ਼ਾ ਵਾ, ਇੰਜਰੀਜ਼ ਹੈ, ਫਾਈਟ ਕਰੀਦਾ ਵਾ, ਇੱਕ ਮਤਲਬ ਕਿ ਜੋ ਇੱਕ ਰਸ਼ ਉਸ ਟਾਈਮ ਹੁੰਦਾ ਵਾ, ਇੱਕ ਜੋ ਫੀਲ ਹੁੰਦਾ ਵਾ, ਉਹ ਹੋਰ ਕਿਸੇ ਗੇਮ 'ਚ ਮੈਨੂੰ ਨਹੀਂ ਲੱਗਦਾ ਮਿਲ ਸਕਦਾ। ਬਾਕੀ ਮੇਰੇ ਘਰਦਿਆਂ ਵੱਲੋਂ ਵੀ ਪੂਰੀ ਸਪੋਰਟ ਹੈਗੀ ਹੈ ਇਸ ਚੀਜ਼। ਪੰਜਾਬੀ ਰੈਸਲਰ ਹੁੰਦਾ, ਆਪਾਂ ਰਿੰਗ 'ਚ ਲੜ ਲਈਏ, ਬਾਹਰ ਲੜਾਂਗੇ ਤਾਂ ਕੇਸ ਪੈ ਗਏ। ਹਾਂਜੀ, ਬਸ ਇੱਦਾਂ ਹੀ ਆ। ਦੇਖੋ ਹੁਣ ਜਿਹੜਾ ਲੜਾਈ ਦਾ ਸ਼ੌਂਕ ਹੈਗਾ ਆਪਾਂ ਰਿੰਗ 'ਚ ਪੂਰਾ ਕਰ ਲਈਦਾ ਵਾ। ਜੇ ਬਾਹਰ ਲੜਦੇ ਫਿਰਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ, ਛੋਟੀ ਗੱਲ 'ਤੇ ਕੇਸ ਪੈ ਜਾਂਦਾ ਅੱਜ ਦੇ ਟਾਈਮ ਦੇ ਵਿੱਚ। ਤਾਂ ਕਿਸੇ ਨੂੰ ਕੁਝ ਕਹਿ ਵੀ ਦਿਓ ਅਤੇ ਉਹ ਥਾਣੇ ਜਾ ਕੇ ਕੰਪਲੇਂਟ ਕਰ ਦਿੰਦਾ। ਸੋ ਇਹਨਾਂ ਚੰਗਾ ਵਾ ਆਪਣੇ ਜਿਹੜੇ ਸ਼ੌਂਕ ਹੈਗੇ ਆ, ਜੇ ਤੁਹਾਨੂੰ ਲੜਨ ਦਾ ਸ਼ੌਂਕ ਹੈਗਾ, ਉਹਨੂੰ ਰਿੰਗ 'ਚ ਪੂਰਾ ਕਰੋ, ਪਲੱਸ ਇਹਨੂੰ ਆਪਣਾ ਕਰੀਅਰ ਬਣਾਓ, ਅਤੇ ਤੁਸੀਂ ਇਹਦੇ 'ਚ ਆਪਣੀ ਲਾਈਫ 'ਚ ਬਹੁਤ ਵੱਡੇ ਲੈਵਲ ਤੱਕ ਪਹੁੰਚ ਸਕਦੇ ਹੋ। ਸੁਪਰ ਖਾਲਸਾ ਜੀ ਨੇ ਪਹਿਲੀ ਵਾਰ ਰਿੰਗ 'ਚ ਕਦੋਂ ਪੈਰ ਧਰਿਆ ਅਤੇ ਪਹਿਲੀ ਵਾਰੀ ਕਦੋਂ ਜਿੱਤ ਪ੍ਰਾਪਤ ਕੀਤੀ? ਮੈਂ ਅੱਜ ਤੋਂ ਲਾ ਲਓ ਤੁਸੀਂ 7 ਤੋਂ 8 ਸਾਲ ਪਹਿਲਾਂ ਪਹਿਲੀ ਵਾਰੀ ਰਿੰਗ ਦੇ ਵਿੱਚ ਗਿਆ ਸੀ। ਉਦੋਂ ਮੈਂ ਟ੍ਰੇਨਿੰਗ ਕਰ ਰਿਹਾ ਸੀ, ਅਤੇ ਟ੍ਰੇਨਿੰਗ ਮੇਰੀ ਚੱਲੀ 3 ਸਾਲ ਤੱਕ। ਸੋ 3 ਸਾਲ ਪੂਰੀ ਟ੍ਰੇਨਿੰਗ ਕਰਨ ਤੋਂ ਬਾਅਦ ਮੈਂ ਜਿੰਨੇ ਮੈਚਿਸ ਵੀ ਲੜਿਆ ਹੋਇਆ, 90% ਮੈਚਿਸ ਮੈਂ ਜਿੱਤੇ ਹੋਏ ਆ। ਪਰ ਕੁਛ ਮੈਚਿਸ ਤੁਸੀਂ ਕਹਿ ਸਕਦੇ ਹੋ, ਕਈ ਵਾਰੀ ਮੇਰੇ ਫਰੈਂਡ ਸਰਕਲ ਦੇ ਵਿੱਚ ਹੀ ਮੈਨੂੰ ਕਈਆਂ ਨੇ ਆ ਕੇ ਕਹਿ ਦਿੱਤਾ ਵੀ ਭਾਜੀ ਸਾਡੇ ਘਰ ਦੇ ਤੁਹਾਡੇ ਬਹੁਤ ਵੱਡੇ ਫੈਨ ਹੈਗੇ ਆ, ਸੋ ਪਲੀਜ਼ ਇੱਕ ਅੱਧੀ ਫਾਈਟ ਸਾਡੇ ਕੋਲੋਂ ਤੁਸੀਂ ਥੋੜ੍ਹਾ ਜਿਹਾ ਸਾਨੂੰ ਘੱਟ ਕੁੱਟ ਲਿਓ ਜਾਂ ਸਾਨੂੰ ਜਿੱਤ ਲੈਣ ਦਿਓ। ਸੋ ਕਈ ਵਾਰੀ ਟ੍ਰੇਨਿੰਗ ਪੀਰੀਅਡ ਦੇ ਵਿੱਚ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਕਈ ਵਾਰੀ ਇੱਦਾਂ 1-2 ਚੀਜ਼ਾਂ ਕੀਤੀਆਂ ਹੋਈਆਂ ਵਾ। ਪਰ ਹੁਣ ਮੈਂ ਇੱਕ ਪ੍ਰੋਫੈਸ਼ਨਲ ਰੈਸਲਰ ਹੈਗਾ ਵਾਂ। ਹੁਣ ਆਪਾਂ ਸੱਟ ਖਾਣ ਦਾ ਵੀ ਦਮ ਰੱਖੀਦਾ ਵਾ, ਅਤੇ ਜਿੰਨੀ ਅਸੀਂ ਸੱਟ ਖਾਈ ਦੀ ਨਾ, ਉਹ ਤੋਂ ਡਬਲ ਸੱਟ ਮਾਰੀ ਦੀ ਹੈ। ਤੁਸੀਂ 2 ਰੈਸਲਰ ਦਾ ਨਾਮ ਲਿੱਤਾ ਜਿਹੜੇ ਬਾਹਰਲੇ ਨੇ, ਕਿਉਂ ਉਹਨਾਂ ਦੋਨਾਂ ਨੂੰ ਟਾਰਗੇਟ ਕੀਤਾ ਹੋਇਆ? ਕਿਉਂਕਿ ਉਹ ਪੰਜਾਬੀਆਂ ਬਾਰੇ ਗਲਤ ਬੋਲਦੇ ਨੇ, ਤਾਂ ਕਰਕੇ? ਇਹ ਦੇਖੋ, ਮੈਂ ਇੰਡੀਆ ਦੇ ਨਾ ਕੁਝ ਰੈਸਲਰ ਗਏ ਸੀਗੇ ਰਿੰਗ ਦੇ ਵਿੱਚ, ਅਤੇ ਇੱਕ ਰੈਸਲਰ ਦੀ ਹੁਣੇ ਹਾਲਾਂਕਿ ਥੋੜ੍ਹੀ ਦੇਰ ਦੀ ਪਹਿਲਾਂ ਦੀ ਗੱਲ ਹੈ, ਉਹਨੂੰ ਵਿਚਾਰੇ ਨੂੰ ਰਿੰਗ ਵਿੱਚ ਸੁੱਟ ਕੇ ਉਹਦੇ ਉੱਤੇ ਡਰੂ ਮੈਕਇੰਟਾਇਰ ਸੀਗਾ, ਕੁਰਸੀਆਂ ਉਹਨੇ 25-30 ਕੁਰਸੀਆਂ ਮਾਰੀਆਂ। ਉਹ ਵਿਚਾਰਾ ਇੰਨੀ ਉੱਚੀ ਚੀਕਾਂ ਮਾਰਦਾ ਪਿਆ ਸੀ, ਕੋਈ ਉਹਨੂੰ ਰੋਕ ਨਹੀਂ ਰਿਹਾ ਸੀਗਾ। ਮਤਲਬ ਕਿ ਬਹੁਤ ਜ਼ਿਆਦਾ ਇੱਕ ਨਾ ਇਨਸਲਟ ਕਰਦੇ ਇੰਡੀਆ ਦੇ ਰੈਸਲਰ ਸੀ, ਜਿੰਨੇ ਵੀ ਰੈਸਲਰ ਆਏ ਆ। ਸੋ ਮੈਂ ਕਿਸੇ ਦਾ ਹੁਣ ਜੇ ਤੁਹਾਨੂੰ ਸਟੋਰੀਆਂ ਦੱਸਣ ਲੱਗਾ, ਤੁਸੀਂ ਆਪ ਵੀ ਹੱਸਣ ਲੱਗੋਗੇ, ਪਰ ਮੈਂ ਨਹੀਂ ਚਾਹੁੰਦਾ ਵੀ ਸਾਡੇ ਦੇਸ਼ ਦੇ ਕਿਸੇ ਰੈਸਲਰ ਦੀ ਇਨਸਲਟ ਹੋਵੇ। ਸੋ ਮੈਂ ਉਹ ਸਟੋਰੀਆਂ ਤੁਹਾਨੂੰ ਨਹੀਂ ਦੱਸਾਂਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੜੇ ਫੈਨਸ ਹੈਗੇ ਆ। ਸੋ ਉਹ ਚੀਜ਼ ਨੂੰ ਦੇਖਦੇ ਹੋਏ ਮੇਰੇ ਮਨ 'ਚ ਆਇਆ ਵੀ ਯਾਰ, ਇਹ ਗੋਰੇ ਜਿਹੜੇ ਨਾ, ਇਹ ਪੰਜਾਬੀਆਂ ਨੂੰ ਘੱਟ ਸਮਝ ਰਹੇ ਆ ਜਾਂ ਇੰਡੀਆ ਲੋਕਾਂ ਨੂੰ ਘੱਟ ਸਮਝ ਰਹੇ ਆ। ਇਹਨਾਂ ਨੂੰ ਇੱਕ ਵਾਰੀ ਨਾ ਅਸਲੀ ਦਮ ਦਿਖਾਉਣਾ ਚਾਹੀਦਾ ਵਾ, ਦਿਖਾਉਣਾ ਵੀ ਜ਼ਰੂਰੀ ਹੈ ਵੀ ਪੰਜਾਬੀ ਕੌਣ ਹੁੰਦੇ ਆ ਅਤੇ ਸਾਡੀ ਅਸਲੀ ਕਾਬਲੀਅਤ ਕੀ ਹੈ। ਹਜੇ ਤੱਕ ਕੋਈ ਵੀ ਬੰਦਾ ਉਹ ਚੀਜ਼ ਦਿਖਾ ਨਹੀਂ ਸਕਿਆ, ਪਰ ਬਹੁਤ ਜਲਦੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੰਕਾਰ ਆ ਉਹ ਮਿੱਟੀ 'ਚ ਮਿਲਾਵਾਂਗੇ। ਬਾਕੀ ਰੋਮਨ ਰੇਨਸ, ਬ੍ਰੌਕ ਲੈਸਨਰ ਕੋਈ ਜ਼ਿਆਦਾ ਹੀ ਐਟੀਟਿਊਡ ਰੱਖਣ ਵਾਲੇ ਰੈਸਲਰਸ ਹੈਗੇ ਨੇ। ਮੈਂ ਇਹਨਾਂ ਬਾਰੇ ਸੁਣਿਆ ਵਾ ਵੀ ਇਹ ਇੰਡੀਆ ਦੇ ਰੈਸਲਰ ਨੂੰ ਬਿਲਕੁਲ ਹੀ ਕੁਛ ਨਹੀਂ ਸਮਝਦੇ। ਸੋ ਇਸੇ ਕਰਕੇ ਅਗਲਾ ਟਾਰਗੇਟ, ਅਗਲਾ ਸ਼ਿਕਾਰ ਹੈ ਮੇਰੇ ਨੇ। ਅਸੀਂ ਅਕਸਰ ਦੇਖਿਆ ਜਾਂਦਾ, ਫਿਲਮਾਂ ਵਿੱਚ ਵੀ ਦੇਖਦੇ ਆ, ਜਦੋਂ ਰੈਸਲਰ ਰਿੰਗ 'ਚ ਆਉਂਦਾ, ਜਿੱਤਦਾ ਜਾਂ ਹਾਰਦਾ, ਉਹਦੀ ਕਾਮਯਾਬੀ ਦਾ ਫਲ, ਮਿਹਨਤ ਦਾ ਫਲ ਨਹੀਂ ਮਿਲਦਾ। ਜਿਹੜਾ ਜਿੱਤ ਵੀ ਜਾਂਦਾ ਰੈਸਲਰ, ਉਹਨੂੰ ਫਿਲਮਾਂ 'ਚ ਦਿਖਾਇਆ ਜਾਂਦਾ ਕਿ ਉਹਨੂੰ ਹਰਾ ਦਿੱਤਾ ਜਾਂਦਾ, ਪਿੱਛੋਂ ਜੱਜਿਸ ਬੈਠਦੇ ਜਾਂ ਕੋਈ ਬੈਠਦਾ, ਹਰਾ ਦਿੱਤਾ ਜਾਂਦਾ। ਅਤੇ ਅਕਸਰ ਤੁਹਾਡੇ ਨਾਲ ਵੀ ਇੱਦਾਂ ਹੋਇਆ ਤੁਹਾਡੀ ਲਾਈਨ 'ਚ? ਇਹ ਦੇਖੋ, ਇਹ ਗੇਮ ਇੱਦਾਂ ਦੀ ਹੈਗੀ ਹੈ,
ਜਦੋਂ ਸਾਡੇ ਨਾਲ ਕੋਈ ਰਿੰਗ 'ਚ ਧੱਕਾ ਕਰੇ ਜਾਂ ਸਾਡੇ ਜਿਹੜੇ ਜੋ ਵੀ ਸਾਡੇ ਰੂਲਸ ਆ ਉਹਦੇ ਖਿਲਾਫ ਚੱਲਦੇ ਆ, ਰੈਫਰੀ ਸਾਡੇ ਓਪੋਨੈਂਟ ਕਈ ਵਾਰੀ ਹੋ ਜਾਂਦੇ ਆ, ਤੇ ਫਿਰ ਅਸੀਂ ਕੀ ਕਰੀਦਾ ਜੀ, ਰੈਫਰੀ ਵੀ ਕੁੱਟ ਦਈਦਾ ਵਿੱਚੇ ਹੀ। ਸੋ ਗੇਮ ਦੇ ਵਿੱਚ ਇੱਦਾਂ ਮੇਰੇ ਨਾਲ ਕਦੀ ਨਹੀਂ ਹੋਇਆ, ਪਰ ਉੱਦਾਂ ਮੇਰੇ ਨਾਲ ਕਾਫੀ ਚੀਟ ਹੋਇਆ ਵਾ। ਜਿੱਦਾਂ ਮੰਨ ਲਓ ਜਦੋਂ ਮੈਂ ਟ੍ਰੇਨਿੰਗ ਕਰਦਾ ਸੀਗਾ, ਜਿਹੜੀ ਅਕੈਡਮੀ 'ਚ ਮੈਂ ਟ੍ਰੇਨਿੰਗ ਕਰ ਰਿਹਾ ਸੀ, ਉੱਥੇ ਛੱਡਣ ਦਾ ਰੀਜ਼ਨ ਇਹੀ ਸੀਗਾ, ਜਦੋਂ ਮੈਂ ਫਾਈਟਸ ਕਰਦਾ ਸੀ ਉਹਨਾਂ ਨੂੰ ਵੱਡੇ ਵੱਡੇ ਸਾਡੇ ਸ਼ੋਜ਼ ਹੋਏ ਆ ਜਿਹਦੇ 'ਚ ਬਹੁਤ ਇੱਕ ਰੈਸਲਰਾਂ ਲਈ ਪੇ ਕੀਤਾ ਗਿਆ ਹੋਇਆ, ਪਰ ਸਾਨੂੰ ਉਹ ਪੇ ਨਹੀਂ ਮਿਲੀ। ਉਹਦਾ ਰੀਜ਼ਨ ਕੀ ਸੀ, ਸਾਨੂੰ ਕਹਿ ਦਿੱਤਾ ਜਾਂਦਾ ਸੀ ਵੀ ਤੁਸੀਂ ਇੱਕ ਨਵੇਂ ਰੈਸਲਰ ਹੈਗੇ ਹੋ, ਤੁਸੀਂ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਹੋ ਜਾਓ। ਸੋ ਮੇਰਾ ਉਹਨਾਂ ਨੂੰ ਇਹੀ ਸਵਾਲ ਹੁੰਦਾ ਸੀ ਵੀ ਤੁਹਾਨੂੰ ਸਾਡੇ ਪੈਸੇ ਮਿਲੇ ਤਾਂ ਹੈਗਾ ਹੀ ਆ, ਤੁਸੀਂ ਸਾਨੂੰ ਪੇ ਕਰ ਦਿਓ। ਅਸੀਂ ਰੈਸਲਿੰਗ ਫ੍ਰੀ ਥੋੜ੍ਹਾ ਸਿੱਖੀ ਹੈ ਕੋਈ, ਅਸੀਂ ਲੱਖਾਂ ਰੁਪਏ ਪੇ ਕਰਕੇ ਘਰਦਿਆਂ ਦਾ ਇੰਨਾ ਪੈਸਾ ਲਾ ਕੇ ਅਸੀਂ ਕੀਤਾ ਵਾ। ਫਿਰ ਬਹੁਤ ਸਾਰੀ ਪੋਲੀਟਿਕਸ ਚੱਲਦੀ ਸੀ, ਲੋਕੀ ਚਾਪਲੂਸੀ ਕਰਕੇ ਮੈਨੂੰ ਬਹੁਤ ਪਿੱਛੇ ਕਰਦੇ ਰਹੇ ਹੈ। ਜੋ ਮੇਰਾ ਹਮੇਸ਼ਾ ਰਿਹਾ, ਪੰਜਾਬੀਆਂ ਦਾ ਦੇਖੋ ਹਮੇਸ਼ਾ ਇਹ ਚੀਜ਼ ਰਹੀ ਹੈ, ਆਪਣੀ ਮਿਹਨਤ 'ਤੇ ਵਿਸ਼ਵਾਸ ਰੱਖਦੇ ਆ, ਕਿਸੇ ਦੇ ਪੈਰ ਨਹੀਂ ਚੜ੍ਹਦੇ। ਪਰ ਕੁਛ ਲੋਕ ਹੁੰਦੇ ਆ, ਉਹਨਾਂ ਨੇ ਪੈਰ ਚੜ੍ਹ ਕੇ ਮੇਰੇ ਬਾਰੇ ਗਲਤ ਗੱਲਾਂ ਕਰਨੀਆਂ ਵੀ ਉਹ ਸਰ ਤੁਹਾਡੇ ਬਾਰੇ ਇੱਦਾਂ ਕਹਿ ਰਿਹਾ ਸੀ, ਉਹ ਇੱਦਾਂ ਕਰਦਾ ਹੈ ਜਾਂ ਉੱਦਾਂ ਕਰਦਾ ਹੈ। ਹੁਣ ਜੇ ਸਾਹਮਣੇ ਵਾਲਾ ਬੰਦਾ ਇੰਨੇ ਪ੍ਰੋਫੈਸ਼ਨਲ ਹੋਣ ਤੋਂ ਬਾਅਦ ਵੀ ਉਹ ਗੱਲਾਂ 'ਚ ਫਸ ਜਾਵੇ, ਸੋ ਉਹਦੇ ਕਰਕੇ ਓਪਰਚੁਨਿਟੀਜ਼ ਤੋਂ ਮੈਨੂੰ ਦੂਰ ਕੀਤਾ ਜਾ ਰਿਹਾ ਸੀਗਾ। ਸੋ ਮੈਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਹਾਂ, ਮੈਨੂੰ ਕਿਸੇ ਦੀ ਲੋੜ ਨਹੀਂ, ਅਸੀਂ ਆਪਣੇ ਦਮ 'ਤੇ ਕਰ ਸਕਦੇ ਹਾਂ ਬਗੈਰ ਕਿਸੇ ਦੇ ਪੈਰ ਚੱਟੇ ਹੋਏ। ਸੋ ਇਸੇ ਕਰਕੇ ਹੀ ਮੈਂ ਸਾਰੀ ਅਕੈਡਮੀਜ਼ ਕਿਸੇ ਤੋਂ ਵੀ ਸਹਾਰੇ ਨਹੀਂ ਬੈਠਿਆ, ਮੈਂ WWE ਨੂੰ ਆਪ ਅਪਰੋਚ ਕੀਤੀ ਹੈ। ਸੋ ਮੇਰਾ ਮੰਨਣਾ ਇਹ ਹੈ ਵੀ ਜੇ ਮੈਂ ਕਿਸੇ ਦੇ ਸਹਾਰੇ ਹੁਣ ਤੱਕ ਬੈਠਾ ਰਹਿੰਦਾ ਵੀ ਉਹ ਬੰਦਾ ਮੈਨੂੰ WWE 'ਚ ਪਹੁੰਚਾਏਗਾ, ਸੋ ਮੇਬੀ ਸ਼ਾਇਦ ਹਜੇ ਤੱਕ ਮੇਰੇ ਟਰਾਈ ਆਊਟ ਹੀ ਨਹੀਂ ਹੋ ਸਕਦੇ। ਅਤੇ ਇਸ ਕਰਕੇ ਜੇ ਮੈਂ ਆਪ ਆਪਣੇ ਦਮ 'ਤੇ ਆਪਣੀ ਚੀਜ਼ ਨੂੰ ਆਪ ਦਿਖਾਇਆ, ਕਿਉਂਕਿ ਇੱਕ ਬੰਦਾ ਹੁੰਦਾ ਕੋਈ ਹੋਰ ਬੰਦਾ ਦੱਸਦਾ ਵੀ ਇਹ ਰੈਸਲਰ ਕਿੱਦਾਂ ਦਾ ਵਾ। ਹੁਣ ਮੈਂ ਜਿੱਦਾਂ ਤੁਹਾਡੀ ਮੇਰੇ ਨਾਲ ਗੱਲਬਾਤ ਹੋ ਰਹੀ ਹੈ, ਤੁਸੀਂ ਅੱਗੇ ਬੰਦੇ ਨੂੰ ਦੱਸੋਗੇ ਯਾਰ ਇਹ ਬੰਦਾ ਕਿੱਦਾਂ ਦਾ ਵਾ, ਜੇ ਨਹੀਂ ਸਹੀ ਰਹੇਗਾ ਤੁਸੀਂ ਮੇਰੇ ਬਾਰੇ ਗਲਤ ਗੱਲ ਕਰੋਗੇ। ਸੋ ਉਹ ਚੀਜ਼ ਕਰਕੇ ਮੈਨੂੰ ਥੋੜ੍ਹੀ ਪ੍ਰੋਬਲਮਸ ਫੇਸ ਹੋ ਰਹੀਆਂ ਸੀਗੀਆਂ, ਇਸ ਕਰਕੇ ਮੈਂ ਕਿਸੇ ਦਾ ਸਹਾਰਾ ਨਾ ਦੇਖਦੇ ਹੋਏ ਆਪ ਸਾਰਾ ਕੁਝ ਕੀਤਾ ਵਾ। ਸੋ ਜਿੰਨੀ ਵੀ ਚੀਜ਼ਾਂ ਮੈਂ ਹੁਣ ਤੱਕ ਅਚੀਵ ਕੀਤੀਆਂ ਆਪਣੀ ਲਾਈਫ ਦੇ ਵਿੱਚ, ਉਹਦੇ ਪਿੱਛੇ ਸਿਰਫ ਮੇਰੇ ਘਰਦਿਆਂ ਦੀ ਸਪੋਰਟ ਆ, ਮੇਰੇ ਜਿਹੜੇ ਫੈਨਸ ਆ, ਮੇਰੇ ਸਬਸਕ੍ਰਾਈਬਰ, ਉਹਨਾਂ ਦੀ ਸਪੋਰਟ ਆ, ਅਤੇ ਪਰਮਾਤਮਾ ਦਾ ਆਸ਼ੀਰਵਾਦ। ਇਸ ਤੋਂ ਇਲਾਵਾ ਹੋਰ ਕਿਸੇ ਦਾ ਕੋਈ ਹੱਥ ਨਹੀਂ। ਰਿੰਗ ਵਿੱਚ ਤੁਸੀਂ ਜਾਂਦੇ ਹੋ, ਅਗਲਾ ਬੰਦਾ ਵੀ ਤਗੜਾ ਹੁੰਦਾ, ਤੁਸੀਂ ਵੀ ਤਗੜੇ ਹੋ। ਪੰਜਾਬੀ ਦਾ ਹੋਸ਼ ਸੁਭਾਅ ਕਿੱਦਾਂ ਦਾ ਹੁੰਦਾ, ਕਿੱਦਾਂ ਡਰਾਉਣਾ, ਕਿੱਦਾਂ ਦੱਸਣਾ? ਪੰਜਾਬੀ ਦੇਖੋ, ਪੰਜਾਬੀਆਂ ਨੂੰ ਸ਼ੇਰ ਮੰਨਿਆ ਗਿਆ। ਹੁਣ ਤੁਸੀਂ ਆਹ ਸ਼ੇਰ ਦੇਖ ਲਓ ਇੱਥੇ, ਅਤੇ ਸ਼ੇਰ ਜਦੋਂ ਰਿੰਗ ਦੇ ਵਿੱਚ ਜਾਂਦਾ ਵਾ, ਆਪਣੇ ਏਰੀਏ ਦੇ ਵਿੱਚ ਜਾਂਦਾ ਵਾ, ਅਤੇ ਜਾਂਦਾ ਹੀ ਉੱਥੇ ਮੈਂ ਪਹਿਲਾਂ ਦਬਕਾ ਮਾਰ ਕੇ ਡਰਾ ਦਿੰਦਾ ਬੰਦੇ ਨੂੰ, ਕਿਉਂਕਿ ਇਹ ਇੱਕ ਸਾਈਕੋਲੋਜੀਕਲੀ ਗੇਮ ਹੈਗੀ ਹੈ। ਅਸੀਂ ਮੈਂਟਲੀ ਬੰਦੇ ਨੂੰ ਸਭ ਤੋਂ ਪਹਿਲਾਂ ਵੀਕ ਕਰੀਦਾ, ਸਭ ਤੋਂ ਪਹਿਲਾਂ ਅਸੀਂ ਮੈਂਟਲੀ ਮਾਰੀਦਾ। ਜਦੋਂ ਬੰਦਾ ਮੈਂਟਲੀ ਮਰ ਗਿਆ, ਸਾਨੂੰ ਉਹਦੀ ਅੱਖਾਂ ਤੋਂ ਪਤਾ ਲੱਗ ਜਾਂਦਾ ਵਾ, ਉਹਦੇ ਗੱਲਬਾਤ ਤੋਂ ਪਤਾ ਲੱਗ ਜਾਂਦਾ ਵਾ, ਉਹਦੇ ਹੱਥਾਂ ਨੂੰ ਦੇਖੀਦਾ, ਉਹਦੀ ਚੀਜ਼ਾਂ ਨੂੰ ਦੇਖ ਕੇ ਅਸੀਂ ਜੱਜ ਕਰ ਲਈਦਾ ਵੀ ਇਹ ਬੰਦਾ ਪਹਿਲੇ ਡਰ ਚੁੱਕਿਆ ਹੋਇਆ। ਜੇ ਨਹੀਂ ਡਰਦਾ, ਫਿਰ ਆਪਾਂ ਮੈਚ ਦੀ ਸਟਾਰਟਿੰਗ ਹੀ ਇਸ ਹਿਸਾਬ ਨਾਲ ਕਰੀਦੀ ਹੈ ਵੀ ਕੋਸ਼ਿਸ਼ ਕਰੀਦੀ ਹੈ ਵੀ ਸ਼ੁਰੂਆਤ 'ਚ ਹੀ ਬੰਦਿਆਂ ਨੂੰ ਡਰਾ ਦਈਏ। ਅਤੇ ਇੱਕ ਨਹੀਂ ਕਾਫੀ ਮੈਚਿਸ ਇੱਦਾਂ ਦੇ ਹੋਏ ਆ ਜਿਹਦੇ 'ਚ ਮੇਰਾ ਆਪੋਨੈਂਟ ਮੈਨੂੰ ਟੱਚ ਵੀ ਕਰ ਨਹੀਂ ਸਕਿਆ, ਔਰ ਮੈਂ ਵਿਚਾਰੇ ਨੂੰ ਕੁੱਟ ਕੇ ਹਰਾ ਦਿੱਤਾ। ਸੋ ਇਹ ਇੱਕ ਮੈਂਟਲੀ ਗੇਮ ਹੈਗੀ ਆ। ਅਸੀਂ ਇਹਦੇ ਲਈ ਮਤਲਬ ਕਿ ਕਾਫੀ ਇੱਕ ਨੋਰਮਲ ਗੇਮ ਨਾਲੋਂ ਇੱਕ ਬਹੁਤ ਡਿਫਰੈਂਟ ਗੇਮ ਹੈਗੀ ਹੈ। ਇਸੇ ਕਰਕੇ ਇਹ ਗੇਮ ਨਾ ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਸਮਝ ਵੀ ਨਹੀਂ ਲੱਗਦੀ। ਬਹੁਤ ਸਾਰੇ ਲੋਕ ਬਹੁਤ ਸਾਰੇ ਰੂਮਰ ਵੀ ਫੈਲਾ ਦਿੰਦੇ ਆ ਵੀ ਇਹ ਗੇਮ ਇੱਦਾਂ ਹੁੰਦੀ ਹੈ, ਉੱਦਾਂ ਹੁੰਦੀ ਹੈ। ਪਰ ਇਹ ਦੇਖੋ, ਹੁਣ ਜਿਹੜਾ ਬੰਦਾ ਜਿਸ ਹਿਸਾਬ ਨਾਲ ਦੇਖੇਗਾ ਉਸ ਹਿਸਾਬ ਦੀ ਉਹ ਗੱਲ ਕਰ ਦਿੰਦਾ ਵਾ। ਇਹਦੇ ਵਿੱਚ ਕਾਫੀ ਅਕੈਡਮੀਜ਼ ਖੁੱਲੀਆਂ ਹੋਈਆਂ ਨੇ, ਪੰਜਾਬ ਦੀ ਗੱਲ ਕਰੀਏ ਕਾਫੀ ਅਕੈਡਮੀ ਖੁੱਲੀਆਂ ਹੋਈਆਂ ਨੇ, ਪਰ ਕਈ ਅਕੈਡਮੀ ਇੱਦਾਂ ਦੀ ਹੈ ਜਿਹੜੇ ਪੈਸਾ ਹੀ ਇਕੱਠਾ ਕਰ ਰਹੀ ਹੈ, ਜਿਹੜੇ ਕੋਚ ਆ, ਟ੍ਰੇਨਰ ਆ, ਰੈਸਲਰ ਨੂੰ ਜਾਂ ਪਲੇਅਰ ਨੂੰ ਅੱਗੇ ਨਹੀਂ ਵਧਣ ਦਿੰਦੇ। ਸੋ ਇਹ ਦੇਖੋ, ਇਹ ਜਿਹੜੀ ਪੋਲੀਟਿਕਸ ਹੈਗੀ ਹੈ ਹਰ ਗੇਮ ਦੇ ਵਿੱਚ ਹੁੰਦੀ ਹੈ, ਅਤੇ ਬਾਕੀ ਤੁਹਾਡੇ ਆਪਣੇ 'ਚ ਐਬਿਲਿਟੀ ਹੋਣੀ ਚਾਹੀਦੀ। ਜੇ ਤੁਹਾਡੇ 'ਚ ਆਪਣੇ 'ਚ ਦਮ ਹੈਗਾ, ਤੁਸੀਂ ਤਾਂ ਹੀ ਕਿਸੇ ਫੀਲਡ 'ਚ ਜਾਓ, ਕਿਉਂਕਿ ਕੋਈ ਵੀ ਬੰਦਾ ਦੇਖੋ, ਕੋਈ ਵੀ ਬੰਦਾ ਤੁਹਾਡੇ ਨਾ ਘਰਦਿਆਂ ਨੇ ਤੁਹਾਡੇ ਫਾਦਰ ਦੀ ਜਗ੍ਹਾ ਨਹੀਂ ਲੈ ਸਕਦਾ, ਕਿਉਂਕਿ ਦੁਨੀਆ ਦੇ ਵਿੱਚ ਇੱਕ ਸਿਰਫ ਤੁਹਾਡੇ ਫਾਦਰ ਹੀ ਹੁੰਦੇ ਆ ਜਿਹੜੇ ਚਾਹੁੰਦੇ ਆ ਵੀ ਯਾਰ ਮੇਰਾ ਮੁੰਡਾ ਮੇਰੇ ਤੋਂ ਅੱਗੇ ਤੱਕ ਜਾਵੇ। ਬਾਕੀ ਜਿਹੜੇ ਬੰਦੇ ਗੱਲਾਂ ਕਰਦੇ ਸਿਰਫ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਵਾ, ਚਾਹੁੰਦਾ ਕੋਈ ਵੀ ਨਹੀਂ ਹੁੰਦਾ। ਹਰ ਇੱਕ ਬੰਦਾ ਚਾਹੁੰਦਾ ਵੀ ਯਾਰ ਕਿਤੇ ਮੇਰੇ ਤੋਂ ਅੱਗੇ ਨਾ ਲੰਘ ਜੇ ਜਾਂ ਇਹ ਮੇਰੀ ਜਗ੍ਹਾ ਨਾ ਲੈ ਜਾਵੇ। ਸੋ ਇਸ ਕਰਕੇ ਤੁਹਾਨੂੰ ਟ੍ਰੇਨਿੰਗ ਤਾਂ ਬਹੁਤ ਸਾਰੇ ਲੋਕ ਦੇ ਦੇਣਗੇ, ਪਰ ਜੇ ਤੁਹਾਡੇ 'ਚ ਆਪਣੇ 'ਚ ਐਬਿਲਿਟੀ ਹੈ ਨਹੀਂ, ਤੁਸੀਂ ਆਪਣੇ ਦਮ 'ਤੇ ਅੱਗੇ ਵੱਧ ਸਕੋ ਜਾਂ ਕੁਛ ਅਚੀਵ ਕਰ ਸਕੋ, ਅਤੇ ਤੁਸੀਂ ਕਿਸੇ ਵੀ ਫੀਲਡ 'ਚ ਚਲ ਜਾਓ, ਹਰ ਇੱਕ ਫੀਲਡ 'ਚ ਤੁਸੀਂ ਫੇਲ ਹੀ ਰਹੋਗੇ। ਸੋ ਜਿੰਨੀ ਵੀ ਅਕੈਡਮੀਜ਼ ਖੁੱਲੀਆਂ ਹੋਈਆਂ ਵਾ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ। ਜੇ ਉਹ ਕੁਛ ਵਧੀਆ ਸਿਖਾ ਰਹੇ ਆ, ਤੁਹਾਨੂੰ ਕੋਈ ਸਿੱਖਣ ਨੂੰ ਮਿਲ ਰਿਹਾ ਤਾਂ ਜ਼ਰੂਰ ਸਿੱਖੋ। ਜੇ ਉਹ ਜਿੰਨੀ ਫੀਸ ਉਹ ਮੰਗਦੇ ਆ, ਤੁਸੀਂ ਜੇ ਭਰ ਸਕਦੇ ਜ਼ਰੂਰ ਭਰੋ। ਜੇ ਨਹੀਂ ਲੋੜ ਹੈਗੀ ਤਾਂ ਨਾ ਕਰੋ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ WWE ਨੂੰ ਸਿੱਖੇ ਹੋਏ ਰੈਸਲਰ ਦੀ ਟ੍ਰੇਨਿੰਗ ਲੋੜ ਨਹੀਂ ਗੀ, ਉਹਨਾਂ ਨੂੰ ਸਿਰਫ ਐਥਲੈਟਿਕ ਬੈਕਗਰਾਊਂਡ ਵਾਲੇ ਬੰਦੇ ਚਾਹੀਦੇ ਆ। ਟ੍ਰਿਪਲ ਐਚ ਦੀ ਇੰਟਰਵਿਊ ਹੋਈ ਸੀ ਇੰਡੀਆ ਜਦੋਂ ਆਇਆ ਸੀ, ਟ੍ਰਿਪਲ ਐਚ ਨੇ ਸਪੈਸ਼ਲੀ ਕਿਹਾ ਸੀਗਾ ਵੀ ਸਾਨੂੰ ਰੈਸਲਰਸ ਨਹੀਂ ਚਾਹੀਦੇ। ਰੈਸਲਿੰਗ ਦੇਖੋ ਕੋਈ ਵੀ ਕਰ ਸਕਦਾ, ਜਿਹੜੇ ਤੁਸੀਂ ਦੇਖ ਰਹੇ ਹੋ ਇਸ ਸਮੇਂ ਤੁਸੀਂ ਵੀ ਕਰ ਸਕਦੇ ਹੋ। ਭਾਜੀ ਬੈਠੇ ਹੋਏ, ਇਹਨਾਂ ਨੂੰ ਮੈਂ ਸਿਖਾ ਸਕਦਾ, ਇੱਕ ਮੂਵ ਸਿਖਾ ਦਿਆਂਗਾ, ਉਹ ਮੂਵ ਕੋਈ ਵੀ ਕਰ ਸਕਦਾ ਵਾ। ਸੋ ਰੈਸਲਰ ਕੋਈ ਵੀ ਬਣ ਸਕਦਾ ਵਾ, ਰੈਸਲਿੰਗ ਕੋਈ ਵੀ ਕਰ ਸਕਦਾ। ਟ੍ਰਿਪਲ ਐਚ ਦਾ ਕਹਿਣਾ ਸੀ ਸਾਨੂੰ ਰੈਸਲਰ ਨਹੀਂ ਚਾਹੀਦੇ, ਸਾਨੂੰ ਸੁਪਰਸਟਾਰ ਚਾਹੀਦੇ ਆ। ਸੁਪਰਸਟਾਰ ਕਿੱਦਾਂ ਬਣਦੇ ਆ? ਰੈਸਲਿੰਗ ਸਕਿੱਲਸ ਤਾਂ ਮੈਟਰ ਕਰਦੀਆਂ ਹੀ ਕਰਦੀਆਂ ਵਾ। ਤੁਹਾਡੀ ਇੱਕ ਜਿਹੜੀ ਸਿੱਖਣ ਦੀ ਐਬਿਲਿਟੀ ਆ ਬਹੁਤ ਫਾਸਟ ਹੋਣੀ ਚਾਹੀਦੀ ਹੈ, ਤੁਸੀਂ ਬਹੁਤ ਤੇਜ਼ੀ ਨਾਲ ਸਿੱਖਦੇ ਹੋਣੇ ਚਾਹੀਦੇ ਹੋ। ਕਿਸੇ ਚੀਜ਼ ਨੂੰ ਤੁਹਾਨੂੰ ਕੋਈ ਚੀਜ਼ ਦੱਸੀ ਗਈ ਹੈ, ਤੁਹਾਨੂੰ ਮਿੰਟੋ ਮਿੰਟ ਉਹ ਚੀਜ਼ ਆਉਣੀ ਚਾਹੀਦੀ ਹੈ। ਤੁਹਾਨੂੰ ਲੈਂਗੁਏਜ ਬੈਰੀਅਰ ਨਹੀਂ
ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਟ੍ਰੇਨਿੰਗ ਕਰਦੇ ਸੀ ਨਾ, ਗੋਰੇ ਜਿਹੜੇ ਸਾਡੇ ਟ੍ਰੇਨਰ ਸੀਗੇ, ਜਦੋਂ ਕੁਝ ਕਹਿੰਦੇ ਸੀਗੇ, ਕੁਝ ਬੰਦੇ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਉਹ ਗੱਲ ਸਮਝ ਨਹੀਂ ਲੱਗਦੀ ਸੀ, ਇੰਗਲਿਸ਼ ਦੀ ਸੀਗੀ, ਲੈਂਗੁਏਜ ਬੈਰੀਅਰ ਉਹਨਾਂ ਨੂੰ ਬੜਾ ਸੀਗਾ। ਸੋ ਉਹ ਮੈਨੂੰ ਦੱਸਦੇ ਸੀ, ਮੈਂ ਅੱਗੋਂ ਉਹਨਾਂ ਨੂੰ ਟਰਾਂਸਲੇਟ ਕਰਦਾ ਸੀ, ਉਹਨਾਂ ਦੇ ਕੁਐਸਚਨ ਮੈਨੂੰ ਦੱਸਦੇ ਸੀ, ਮੈਂ ਕੋਚ ਨੂੰ ਟਰਾਂਸਲੇਟ ਕਰਦਾ ਸੀਗਾ। ਸੋ ਉਸ ਚੀਜ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਗਲਤ ਰੈਸਲਿੰਗ ਵੀ ਸਿੱਖ ਲਈ ਹੋਊਗੀ। ਅਤੇ ਬਸ ਇਹੀ ਮੇਰਾ ਕਹਿਣਾ ਹੈ ਵੀ ਜੇ ਤੁਹਾਡੇ 'ਚ ਆਪਣੇ 'ਚ ਐਬਿਲਿਟੀ ਹੈਗੀ ਹੈ, ਜੇ ਤੁਸੀਂ ਇੱਕ ਸੁਪਰਸਟਾਰ ਲੁੱਕ ਰੱਖਣ ਵਾਲੇ ਬੰਦੇ ਹੈਗੇ ਹੋ, ਤਾਂ ਹੀ ਕਿਸੇ ਫੀਲਡ 'ਚ ਜਾਓ, ਤਾਂ ਹੀ ਆਪਣੇ ਘਰਦਿਆਂ ਦਾ ਪੈਸਾ ਲਗਵਾਓ। ਨਹੀਂ ਤਾਂ ਇੱਦਾਂ ਦੇ ਫੀਲਡ ਦੇ ਵਿੱਚ ਤੁਸੀਂ ਅੱਗੇ ਨਹੀਂ ਵੱਧ ਸਕੋਗੇ ਜੇ ਤੁਸੀਂ ਕਿਸੇ ਦੇ ਸਹਾਰੇ ਬੈਠੇ ਰਹੋਗੇ। ਤੇ ਖਾਲਸਾ ਜੀ WWE 'ਚ ਜਾਣ ਦਾ ਕੰਟੈਕਟ ਹੋਇਆ ਕਦੀ ਕਿ ਤੁਹਾਨੂੰ ਮੌਕਾ ਮਿਲਿਆ ਜਾਣ ਦਾ ਕਦੀ? WWE ਦਾ ਦੇਖੋ ਆਲਰੇਡੀ ਮੇਰੇ ਟਰਾਈ ਆਊਟਸ ਹੋ ਚੁੱਕੇ ਹੋਏ ਆ, ਪ੍ਰੋਪਰ 3 ਦੇ ਟਰਾਈ ਆਊਟ ਹੋਏ ਆ ਮੇਰੇ। 3 ਦਿਨ ਲਗਾਤਾਰ ਟਰਾਈ ਆਊਟ ਚੱਲੇ ਸੀ, ਪ੍ਰੋਪਰ ਮੇਰੀ ਕੰਟਰੈਕਟ ਸਾਈਨਿੰਗ ਹੋਈ ਸੀ ਟਰਾਈ ਆਊਟਸ ਨੂੰ ਲੈ ਕੇ। ਅਤੇ ਉਸ ਤੋਂ ਬਾਅਦ ਜਦੋਂ ਮੇਰੇ ਟਰਾਈ ਆਊਟ ਖਤਮ ਹੋਏ ਅਤੇ ਮੇਰੇ ਜਿਹੜੇ ਉੱਥੋਂ ਦੇ ਹੈੱਡ ਕੋਚ ਆ ਮੈਟ ਬਲੂਮ ਦੇ ਸਿਲੈਕਟਰ ਜਿਹੜੇ ਸੀ ਕੈਨੀਅਨ ਸੀਮਨ, ਉਹਨਾਂ ਨੇ ਮੈਨੂੰ ਸਪੈਸ਼ਲੀ ਬੁਲਾਇਆ, ਸਾਰੇ ਕੈਮਰੇਜ਼ ਵਗੈਰਾ ਲੱਗੇ ਹੋਏ ਸੀਗੇ। ਸੋ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਕੁਛ ਗੱਲਾਂ ਦੱਸੀਆਂ ਵੀ ਤੂੰ ਇਹ ਚੀਜ਼ਾਂ 'ਤੇ ਵਰਕ ਕਰ, ਅਤੇ ਅਸੀਂ ਬਹੁਤ ਜਲਦੀ ਜਿਹੜਾ ਪੇਪਰ ਵਰਕ ਹੈਗਾ ਉਹ ਸਾਰਾ ਜਿੱਦਾਂ ਪੂਰਾ ਹੁੰਦਾ ਫਿਰ ਅਸੀਂ ਪ੍ਰੋਪਰ ਕਰਕੇ ਕੰਟਰੈਕਟ ਭੇਜਦੇ ਹਾਂ ਅਤੇ ਉਹ ਸਾਰਾ ਕੁਛ ਕਰਾਂਗੇ, ਕਿਉਂਕਿ ਉਹਦੇ 'ਚ ਵੀਜ਼ਾ ਵੀ ਆਉਂਦਾ ਵਾ। ਸੋ ਉਹ ਤੋਂ ਬਾਅਦ ਫਿਰ ਕਰੋਨਾ ਆਉਣ ਕਰਕੇ ਮੇਰਾ ਸਾਰਾ ਕੰਮ ਡਿਲੇ ਹੋ ਗਿਆ, ਅੰਬੈਸੀ ਸਾਰੀ ਬੰਦ ਹੋ ਚੁੱਕੀਆਂ ਹੋਈਆਂ ਸੀਗੀਆਂ। ਸੋ ਹੁਣ ਜਿੱਦਾਂ ਹੀ ਇਹ ਸਾਰਾ ਕੁਛ ਨੋਰਮਲ ਹੁੰਦਾ ਵਾ, ਇਹ ਪ੍ਰੋਪਰ ਪੇਪਰ ਵਰਕ ਦੇ ਨਾਲ, ਜਦੋਂ ਕਿਉਂਕਿ ਦੇਖੋ ਅਮਰੀਕਾ ਦਾ ਵੀਜ਼ਾ ਲੈਣ ਲਈ ਪ੍ਰੋਪਰ ਪੇਪਰਸ ਚਾਹੀਦੇ ਹੁੰਦੇ ਆ, ਇੱਦਾਂ ਵੀਜ਼ਾ ਨਹੀਂ ਮਿਲਦਾ, ਬਹੁਤ ਡਿਫੀਕਲਟ ਹੈ। ਇੰਡੀਅਨਸ ਲਈ ਤਾਂ ਵੈਸੇ ਬਹੁਤ ਜ਼ਿਆਦਾ ਡਿਫੀਕਲਟ ਹੈ। ਸੋ ਉਹਦੇ ਲਈ ਪ੍ਰੋਪਰ ਜਿੰਨੇ ਵੀ ਸਾਰੇ ਹੁੰਦੇ ਆ ਜਿਹੜੇ ਇੱਕ ਕਾਗਜ਼ ਉਹ ਜ਼ਰੂਰੀ ਹੁੰਦੇ ਆ। ਸੋ ਮੇਲਸ ਦੇ ਥਰੂ ਮੇਰੇ WWE ਵਾਲਿਆਂ ਨਾਲ ਗੱਲ ਹੁੰਦੀ ਰਹਿੰਦੀ ਹੈ, ਉਹ ਮੇਰੇ ਤੋਂ ਡਾਕੂਮੈਂਟਸ ਮੰਗਵਾਉਂਦੇ ਰਹਿੰਦੇ ਆ ਜਾਂ ਕੁਝ ਕਰਦੇ ਰਹਿੰਦੇ, ਕਿਉਂਕਿ ਇੱਕ ਮੇਲਸ ਦੇ ਥਰੂ ਨਾ ਇੱਕ ਬਹੁਤ ਸਲੋ ਪ੍ਰੋਸੈਸ ਹੋ ਜਾਂਦਾ ਵਾ। ਸੋ ਉਸ ਕਰਕੇ ਥੋੜ੍ਹਾ ਜਿਹਾ ਡਿਲੇ ਲੱਗ ਰਿਹਾ, ਇੱਕ ਕਰੋਨਾ ਕਰਕੇ, ਅਤੇ ਇੱਕ ਜਿਹੜਾ ਥੋੜ੍ਹਾ ਆਪਾਂ ਨਾਲ ਜਿਹੜਾ ਇੱਕ ਬਹੁਤ ਦੂਰ ਹੋਣ ਕਰਕੇ ਮੇਲਸ ਦੇ ਥਰੂ ਗੱਲਬਾਤ ਹੁੰਦੀ ਹੈ। ਸੋ ਉਸ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਰਿਹਾ। ਜੇ ਕਰੋਨਾ ਨਾ ਆਉਂਦਾ ਤਾਂ ਮੇਬੀ ਸ਼ਾਇਦ ਹੁਣ ਮੈਂ WWE ਦੇ ਵਿੱਚ ਹੁੰਦਾ। ਸੁਪਰ ਖਾਲਸਾ ਦਾ ਰਿੰਗ 'ਚ ਨਾਮ ਪਿਆ, ਇੰਦਰਜੀਤ ਸਿੰਘ ਖਾਲਸਾ ਆਪਣੀ ਸਿੱਖੀ ਨੂੰ ਬਰਕਰਾਰ ਰੱਖੇਗਾ ਜਦੋਂ ਆਉਣ ਵਾਲੇ ਸਮੇਂ 'ਚ WWE ਜਾਏਗਾ, ਕਿਉਂਕਿ ਉਹਨਾਂ ਦੇ ਆਪਣਾ ਪ੍ਰੋਸਪੈਕਟ ਤਿਆਰ ਹੁੰਦਾ ਹੈ, ਆਪਣੀ ਉਹਨਾਂ ਅੰਡਰ ਕੰਟੈਕਟ ਹੁੰਦੇ, ਆਪਣੀਆਂ ਕੰਡੀਸ਼ਨਾਂ ਹੁੰਦੀਆਂ। ਇਹ ਦੇਖੋ WWE ਵਾਲੇ ਮੈਨੂੰ ਇਸ ਚੀਜ਼ ਤੋਂ ਕਦੀ ਮਨਾ ਨਹੀਂ ਕਰ ਸਕਦੇ, ਕਿਉਂਕਿ ਪੰਜਾਬੀ ਜਿਹੜੇ ਆ ਵਰਲਡ ਵਾਈਡ ਹੈਗੇ ਆ। ਸੋ ਜੇ ਮੈਂ ਇਸ ਲੁੱਕ ਨਾਲ ਜਾਵਾਂਗਾ ਤਾਂ WWE ਨੂੰ ਮੇਨ ਚਾਹੀਦਾ ਉਹਨਾਂ ਦੀ ਟਿਕਟ ਵਿਕਣੀ ਚਾਹੀਦੀ ਹੈ, ਇੱਕ ਮਨੀ ਗੇਮ ਆ। ਸੋ ਜਦੋਂ ਇੱਕ ਪੰਜਾਬੀ ਜਾਏਗਾ, ਜੇ ਪੰਜਾਬੀ ਹੀ ਉਹਨੂੰ ਦੇਖਣ ਲਈ ਆਉਣਗੇ, ਸੋ ਇੰਨੇ ਜ਼ਿਆਦਾ ਪੰਜਾਬੀ ਸਾਡੇ ਅਮਰੀਕਾ ਕੈਨੇਡਾ ਦੇ ਵਿੱਚ ਹੈਗੇ ਆ, ਇਹ ਸ਼ੋਅਜ਼ ਵੀ ਉੱਥੇ ਹੁੰਦੇ ਆ, ਅਤੇ ਜੇ ਸਭ ਤੋਂ ਜ਼ਿਆਦਾ ਟਿਕਟ ਪੰਜਾਬੀਆਂ ਵੱਲੋਂ ਵਿਕੇਗੀ ਤਾਂ ਫਿਰ ਪੰਜਾਬੀਆਂ ਨੂੰ ਹੀ ਸਭ ਤੋਂ ਵਧੀਆ ਵਧੀਆ ਮੈਚਿਸ ਮਿਲਣਗੇ, ਪੰਜਾਬੀਆਂ ਨੂੰ ਹੀ ਰੋਮਨ ਰੇਨਸ ਵਰਗੇ ਰੈਸਲਰਾਂ ਨਾਲ, ਵੱਡੇ ਵੱਡੇ ਰੈਸਲਰਾਂ ਨਾਲ ਮੈਚਿਸ ਮਿਲਣਗੇ। ਸੋ ਜੇ ਇੰਡੀਆ ਦੇ ਲੋਕਾਂ ਦੀ ਵਰਲਡ ਵਾਈਡ ਪੰਜਾਬੀਆਂ ਦੀ ਸਾਰਿਆਂ ਦੀ ਮੈਨੂੰ ਸਪੋਰਟ ਰਹੀ, ਸੋ ਮੈਨੂੰ ਨਹੀਂ ਲੱਗਦਾ WWE ਵਾਲੇ ਕਦੀ ਵੀ ਮੈਨੂੰ ਇਸ ਚੀਜ਼ ਤੋਂ ਪਿੱਛਾ ਕਰਨਗੇ, ਕਿਉਂਕਿ ਸਗੋਂ ਇਸ ਚੀਜ਼ ਦਾ ਮੈਨੂੰ ਬੈਨੀਫਿਟ ਹੀ ਹੋਏਗਾ, ਜਿੰਨਾ ਵੀ ਬੈਨੀਫਿਟ ਮੈਨੂੰ ਮਿਲੇਗਾ। ਸੋ ਇਸ ਚੀਜ਼ ਨੂੰ ਕਦੀ ਮੈਨੂੰ ਨਹੀਂ ਲੱਗਦਾ ਚੇਂਜ ਕਰਨ ਲਈ ਕਹਿਣਗੇ। ਅਕਸਰ ਲੋਕਾਂ ਦੀ ਸੋਚ ਹੁੰਦੀ ਹੈ, ਕੋਈ ਐਥਲੀਟ ਤਿਆਰ ਹੁੰਦਾ ਜਾਂ ਕੋਈ ਰੈਸਲਰ ਤਿਆਰ ਹੁੰਦਾ, ਕੋਈ ਵੀ ਬੋਡੀ ਬਿਲਡਰ ਤਿਆਰ ਹੁੰਦਾ, ਉਹਨਾਂ ਦਾ ਕਹਿਣਾ ਕਿ ਜਿਹੜੇ ਸਟੀਰੋਇਡ ਲੈਂਦੇ ਨੇ, ਜਿਹੜੇ ਸਟੀਰੋਇਡ ਤੁਰਦੇ ਨੇ ਉਹਨਾਂ ਨੂੰ ਕਿਸੇ ਨੇ ਸਟੀਰੋਇਡ ਦੇਖੋ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸਟੀਰੋਇਡ ਦੇ ਤਾਂ ਤੁਹਾਨੂੰ ਪਹਿਲੇ ਗੱਲ ਪਤਾ ਹੋਣਾ ਚਾਹੀਦਾ ਵੀ ਤੁਸੀਂ ਬਣਨਾ ਕੀ ਚਾਹੁੰਦੇ ਹੋ। ਤੁਸੀਂ ਇੱਕ ਬਹੁਤ ਹਾਈ ਲੈਵਲ 'ਤੇ ਕਈ ਬੰਦੇ ਸਟੀਰੋਇਡ ਯੂਜ਼ ਕਰ ਲੈਂਦੇ ਆ, ਫਿਰ ਉਹਦੀ ਰਿਕਵਰੀ ਪ੍ਰੋਸੈਸ ਹੁੰਦਾ ਪ੍ਰੋਪਰ, ਉਹਦਾ ਕਈਆਂ ਨੂੰ ਰਿਕਵਰੀ ਵੀ ਕਰਨੀ ਨਹੀਂ ਆਉਂਦੀ। ਸੋ ਉਹਦੇ ਨਾਲ ਚੰਗਾ ਹੈ ਤੁਸੀਂ ਇਸ ਚੀਜ਼ ਵੱਲ ਨਾ ਹੀ ਜਾਓ, ਕਿਉਂਕਿ ਤੁਸੀਂ ਲਗਾ ਲਓ ਵੀ ਜੇ ਤੁਸੀਂ ਸਟੀਰੋਇਡ ਦੀ ਇੱਕ ਪਿੱਲ ਲੈ ਰਹੇ ਹੋ ਨਾ, ਅਤੇ ਤੁਸੀਂ ਆਪਣੀ ਜ਼ਿੰਦਗੀ ਦਾ 1 ਸਾਲ ਘਟਾ ਰਹੇ ਹੋ, ਅਤੇ ਤੁਸੀਂ ਉਸ ਹਿਸਾਬ ਨਾਲ ਹੀ ਉਸ ਚੀਜ਼ ਨੂੰ ਯੂਜ਼ ਕਰੋ। ਸਟੀਰੋਇਡ ਲੈਣ ਦੀ ਬਿਲਕੁਲ ਲੋੜ ਨਹੀਂ ਗੀ, ਕਿਉਂਕਿ ਜਿਹੜੀ ਸਟੀਰੋਇਡ ਜਿਹੜੀ ਚੀਜ਼ ਬਣੀ ਹੋਈ ਹੈ ਨਾ, ਇੱਕ ਬਹੁਤ ਹਾਈ ਲੈਵਲ ਦਾ ਯੂਜ਼ ਕਰਨ ਵਾਲੀ ਚੀਜ਼ ਹੈ। ਤੁਸੀਂ ਮੰਨ ਲਓ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਚੱਲ ਰਿਹਾ ਮਿਸਟਰ ਓਲੰਪੀਆ ਲੈਵਲ ਦਾ, ਉਸ ਲੈਵਲ 'ਤੇ ਵੀ ਐਥਲੀਟ ਬਹੁਤ ਘੱਟ ਯੂਜ਼ ਕਰਦੇ ਆ, ਉਹਨਾਂ ਦੇ ਔਨ ਆਫ ਸੀਜ਼ਨ ਹੁੰਦੇ ਆ, ਅਤੇ ਅੱਜ ਕੱਲ੍ਹ ਜਿਹੜੇ ਨੌਜਵਾਨ ਆ ਉਹ ਜਿਮ ਦੇ ਵਿੱਚ ਹੀ ਯੂਜ਼ ਕਰ ਰਹੇ ਆ। ਸੋ ਇੱਕ ਹਾਈ ਲੈਵਲ ਦੀ ਚੀਜ਼ ਨੂੰ ਹੁਣ ਯੂਜ਼ ਕਰ ਰਹੇ ਆ। ਬਾਕੀ ਤੁਹਾਨੂੰ ਮੈਂ ਸਾਈਡ ਇਫੈਕਟ ਦੱਸ ਦਿੱਤਾ ਵਾ ਵੀ ਇੱਕ ਪਿੱਲ ਦੇ ਨਾਲ ਤੁਹਾਡੇ ਲਾਈਫ ਦਾ 1 ਸਾਲ ਘੱਟ ਰਿਹਾ ਵਾ। ਸੋ ਨੌਲੇਜ ਨੂੰ ਗੇਨ ਕਰੋ, ਇਹਦੇ ਪਿੱਛੇ ਸਟੀਰੋਇਡ ਲੈਣ ਦੀ ਬਿਲਕੁਲ ਵੀ ਲੋੜ ਨਹੀਂ। ਮੈਨੂੰ ਵੀ ਬਹੁਤ ਸਾਰੇ ਲੋਕ ਕਹਿੰਦੇ ਵੀ ਤੁਸੀਂ ਸਟੀਰੋਇਡ ਯੂਜ਼ ਕਰਦੇ ਹੋ ਕਿਉਂਕਿ ਤੁਹਾਡਾ ਬਹੁਤ ਜ਼ਿਆਦਾ ਸਾਈਜ਼ ਹੈ। ਸੋ ਉਹਨਾਂ ਨੂੰ ਮੇਰਾ ਹਮੇਸ਼ਾ ਓਪਨ ਚੈਲੰਜ ਹੁੰਦਾ ਵਾ, ਅਤੇ ਜਿਹਨੇ ਦਰਸ਼ਕ ਦੇਖ ਰਹੇ ਹੋ ਕਿਸੇ ਦੇ ਮਨ 'ਚ ਡਾਊਟ ਹੋਵੇ ਉਹਨਾਂ ਨੂੰ ਵੀ ਓਪਨ ਚੈਲੰਜ ਹੈ, ਜਦੋਂ ਮਰਜ਼ੀ ਮੇਰਾ ਡੋਪ ਟੈਸਟ ਲੈ ਲਓ, ਡੋਪ 'ਚ ਮੈਂ ਬਿਲਕੁਲ ਕਲੀਅਰ ਹੈ। ਸਿਰਫ ਇਹ ਨੌਲੇਜ ਦੀ ਗੇਮ ਹੈ, ਨੌਲੇਜ ਨੂੰ ਗੇਨ ਕਰੋ, ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣੀ ਜਿਹੜੀ ਫਿਜ਼ੀਕ ਨੂੰ ਮੇਨਟੇਨ ਕਰ ਸਕਦੇ ਹੋ। ਖਾਲਸਾ ਜੀ ਦਾ ਆਉਣ ਵਾਲੇ ਸਮੇਂ ਤੇ ਡ੍ਰੀਮ? ਆਉਣ ਵਾਲੇ ਸਮੇਂ ਦਾ ਡਰੀਮ ਇਹੀ ਹੈ ਜੀ, ਬਸ ਜਿੱਦਾਂ ਹੀ WWE 'ਚ ਮੈਂ ਪਹੁੰਚਦਾ ਵਾਂ, WWE ਦੋਨੋਂ ਬੈਲਟਾਂ ਮੇਰੇ ਹੱਥ 'ਚ ਹੋਣਗੀਆਂ, ਅਤੇ ਰੋਮਨ ਰੇਨਸ ਔਰ ਬ੍ਰੌਕ ਲੈਸਨਰ ਵਗੈਰਾ ਰੈਸਲਰ ਮੇਰੇ ਪੈਰਾਂ 'ਚ ਹੋਣਗੇ। ਸੋ ਇਸ ਸਾਡੇ ਨਾਲ ਇੰਦਰਜੀਤ ਸਿੰਘ ਖਾਲਸਾ ਉਰਫ ਸੁਪਰ ਖਾਲਸਾ, ਜਿਨ੍ਹਾਂ ਦਾ ਬਚਪਨ ਤੋਂ ਡਰੀਮ ਹੈ ਰੈਸਲਿੰਗ ਦਾ। ਕਹਿੰਦੇ ਨੇ ਘਰੇ ਵੱਡਾ ਭਰਾ ਅਤੇ ਪਿਤਾ ਉਹਨਾਂ ਦੇ ਦੇਖਦੇ ਰੈਸਲਿੰਗ, ਪਰ ਉਹਨਾਂ ਨੂੰ ਦੇਖਦੇ ਦੇਖਦੇ ਉਹਨਾਂ ਨੂੰ ਸ਼ੌਂਕ ਪੈ ਗਿਆ ਰੈਸਲਿੰਗ ਖੇਡਣ ਦਾ। ਪਰ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਫੈਮਿਲੀ ਸਪੋਰਟ ਬਹੁਤ ਵਧੀਆ, ਉਹਨਾਂ ਦਾ ਡਰੀਮ ਹੈ ਕਿ ਆਉਣ ਵਾਲੇ ਸਮੇਂ 'ਚ WWE ਦੇ ਵਿੱਚ ਦੋਨੋਂ ਬੈਲਟਾਂ ਉਹਨਾਂ ਦੇ ਹੱਥ ਵਿੱਚ ਹੋਣ ਅਤੇ ਆਪਣੇ ਘਰ ਲੈ ਕੇ ਆਉਣ। ਵਧੇਰੀ ਜਾਣਕਾਰੀ ਜੁੜੇ ਰਹੋ। ਮੈਂ ਜਤਿਨ ਮਰਵਾਹਾ, ਪੰਜਾਬ ਟੂਡੇ, ਜਲੰਧਰ।